ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਜੌਲ ਸਾਹਿਬ ਵੈਰੀ ਵੈਰੀ ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ। ਬਹੁਤ ਧੰਨਵਾਦ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਜੀ ਆਇਆਂ ਨੂੰ ਜੀ ਅਰਸ਼, ਥੈਂਕ ਯੂ। ਜੌਲ ਸਾਹਿਬ ਆਓ ਫਿਰ ਕੁਝ ਚੋਣਵੀਆਂ ਖਬਰਾਂ, ਉਸ ਤੋਂ ਬਾਅਦ ਫਿਰ ਆਪਾਂ ਇਲੈਕਸ਼ਨਸ ਦੀ ਗੱਲਬਾਤ ਕਰਾਂਗੇ ਜ਼ੋਰਾਂ ਸ਼ੋਰਾਂ ਦੇ ਨਾਲ, ਜਿੱਥੇ ਇਲੈਕਸ਼ਨਸ ਦੀ ਤਿਆਰੀਆਂ ਹੋ ਰਹੀਆਂ ਨੇ। ਪਹਿਲਾਂ ਆਪਾਂ ਖਾਸ ਖਬਰਾਂ ਕਵਰ ਅਪ ਕਰ ਲਈਏ। ਅੱਜ 200 today's the 200th day of 2022, ਸੋ ਅੱਜ ਕਾਫੀ ਮੌਸਮ ਜਿੱਥੇ ਗਰਮੀ ਵਾਲਾ ਹੋਵੇਗਾ, ਉੱਥੇ ਅੱਜ ਹਿਊਮਿਡ ਵੀ ਅੱਜ ਆਸ-ਪਾਸ 40 degrees ਫੀਲ ਹੋਵੇਗਾ ਅੱਜ। ਯੈਸ, ਇਹ ਦੇਖੋ GTA ਦੇ ਵਿੱਚ ਇਸੇ ਕਰਕੇ ਲੋਕਾਂ ਨੂੰ ਅੱਜ ਅਰਸ਼ ਐਡਵਾਈਜ਼ ਕੀਤਾ ਗਿਆ ਕਿ ਜੇ ਘਰੋਂ ਨਹੀਂ ਬਾਹਰ ਜਾਣ ਦੀ ਲੋੜ ਫਿਰ ਨਾ ਜਾਇਆ ਜਾਵੇ, ਕਿਉਂਕਿ ਵੀ ਕਾਫੀ ਬਾਹਰ ਜਿਹੜਾ ਜੀ ਵੀ ਕਲਪ ਗਰਮ ਤੇ ਤਰ ਮੌਸਮ ਆ ਜਿਹੜਾ ਜੀ ਵੀ ਚੱਲ ਰਿਹਾ। ਇਹ ਹਵਾ ਦੇ ਵਿੱਚ ਨਮੀ ਹੋਣ ਕਰਕੇ ਚਲੋ ਕੱਲ ਥੋੜੇ ਬਾਰਿਸ਼ ਜਿਹੜੀ ਆ ਕਾਫੀ ਦਿਨਾਂ ਦੇ ਗੈਪ ਤੋਂ ਬਾਅਦ ਪਈ ਸੀ ਤੇ ਸਾਰਿਆਂ ਨੇ ਬੜੀ ਪਸੰਦ ਕੀਤੀ। ਉਹ ਲੋਕਾਂ ਨੇ ਬਾਰਿਸ਼ ਬਹੁਤ ਸਾਰੇ ਫਿਰ ਬਾਰਿਸ਼ ਦੇ ਵਿੱਚ ਮਤਲਬ ਬਿਨਾਂ ਛਤਰੀ ਤੋਂ ਵੀ ਲੋਕ ਗਏ ਵੀ ਇੰਨਾ ਚਾਅ ਕੀਤਾ, ਕਿਉਂਕਿ ਲਗਾਤਾਰ 2 ਹਫ਼ਤੇ ਜਿਹੜਾ ਜੀ ਪੀ ਉਹ ਧੁੱਪ ਲੱਗਦੀ ਰਹੀ ਤੇ ਗਰਮੀ ਵਧੀ ਜੀ। ਹੁਣ ਲੇਕਿਨ ਕਿ ਅੱਜ ਤੇ ਕੱਲ੍ਹ ਜਾਣੀ ਕਿ ਸਿਚੁਏਸ਼ਨ ਅੱਜ ਸਪੈਸ਼ਲੀ ਜਾਣੀ ਕਿ ਅੱਜ ਜਦੋਂ ਕਿ 200ਵਾਂ ਦਿਨ ਹੈ ਇਸ ਸਾਲ ਦਾ, ਜਿਵੇਂ ਕਿ ਤੁਸੀਂ ਦੱਸ ਰਹੇ ਹੋ ਵੀ ਗਰਮੀ ਜਿਹੜੀ ਉਹ ਕਾਫੀ ਚੁਭਵੀਂ ਬਾਹਰ ਦਿਨੇ ਪੈਣ ਦੀ ਸੰਭਾਵਨਾ ਹੈਗੀ ਆ, ਜਿਹਦੇ ਵਿੱਚ ਕਿ ਫਿਰ ਬੱਚਿਆਂ ਦਾ, ਬਜ਼ੁਰਗਾਂ ਦਾ ਤੇ ਆਪਣੇ ਆਪ ਦਾ ਵੀ ਨੈਚੁਰਲੀ ਖਿਆਲ ਰੱਖਣਾ ਹੋਵੇਗਾ। ਤੇ ਉਹਦੇ ਵਿੱਚ ਕਿਹਾ ਜਾ ਰਿਹਾ ਜੀ ਵੀ ਜਿਹੜਾ ਇਹ ਫਲੂਇਡ ਹੁਣ ਜਾਣੀ ਕਿ ਕੋਈ ਵੀ ਤਰਲ ਪਦਾਰਥ ਆ ਜਿਹੜਾ, ਤੇ ਤਰਲ ਪਦਾਰਥ ਦਾ ਮਤਲਬ ਇਹ ਨਹੀਂ ਕਿ ਬੱਤੇ ਸੋਡੇ ਜਿਹੜੇ ਮਿੱਠੇ ਆ ਨਾ ਜੀ ਪੀ, ਉਹਦੇ ਵਿੱਚ ਜਿਹੜਾ ਸਿੰਪਲ ਟੂਟੀ ਦਾ ਪਾਣੀ ਆ, ਇਹ ਪੀਲ ਰੀਜਨ ਤੋਂ ਵੈਰੀਫਾਈ ਵੀ ਅਸੀਂ ਕੀਤਾ ਸੀਗਾ ਵੀ ਘਰਾਂ ਦੇ ਵਿੱਚ ਉਹ ਕਹਿੰਦੇ ਜੀ ਪਾਣੀ ਪਹਿਲਾਂ ਟਰੀਟ ਕਰੋ ਜੀ, ਇਹਨੂੰ ਪੁੰਨਾ ਪੈਣਾ ਜੀ। ਉਹ ਮਸ਼ੀਨ ਲਾ ਜਾਂਦੇ ਆ, ਤੁਹਾਡੇ ਤੋਂ ਕਿਰਾਇਆ ਲੈਣਾ ਸ਼ੁਰੂ ਕਰ ਦਿੰਦੇ ਆ। ਉਹਨਾਂ ਨੇ ਇਨ ਰਾਈਟਿੰਗ ਅਰਸ਼ ਸਾਡੇ ਕੋਲ ਕਨਫਰਮ ਕੀਤਾ ਜੀ ਕਿ ਪੀਲ ਰੀਜਨ ਦਾ ਇਹ ਬਰੈਂਪਟਨ ਦਾ, ਮਿਸਿਸਾਗਾ ਦਾ ਪਾਣੀ ਜਿਹੜਾ ਟੂਟੀਆਂ ਦਾ ਵਿੱਚ ਅਸੀਂ ਸਪਲਾਈ ਕਰਦੇ ਹਾਂ, ਇਹ ਬਹੁਤ ਵਧੀਆ ਪੀਣ ਯੋਗ ਪਾਣੀ ਆ ਤੇ ਇਹਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਅੰਸ਼ ਨਹੀਂ ਗਾ ਜਿਹਦੇ ਤੋਂ ਕਿਹਾ ਜਾਵੇ ਵੀ ਇਹਨੂੰ ਗਾਂਹ ਵੀ ਹੋਰ ਕੁਛ ਕਰਨ ਦੀ ਲੋੜ ਆ। ਓਕੇ, ਸੋ ਇਸ ਕਰਕੇ ਭੈਣ ਭਰਾਵਾਂ ਨੂੰ ਇਹ ਬਾਹਲਾ ਜਿਹੜਾ ਬਜਟ ਅੱਜ ਕੱਲ੍ਹ ਹਿੱਲਿਆ ਪਿਆ, ਵੈਸੇ ਹੀ ਮਹਿੰਗਾਈ ਦੇ ਨਾਲ ਤੇ ਬਹੁਤੇ ਚੱਕਰਾਂ ਦੇ ਵਿੱਚ ਪੈਣ ਦੀ ਲੋੜ ਨਹੀਂ ਵੀ ਸਟੋਰਾਂ ਤੋਂ ਲਿਆ ਪਾਣੀ ਪੀਤਾ ਜਾਵੇ। ਸੋ ਇਹ ਘਰ ਦਾ ਹੀ ਜਿਹੜਾ ਪਾਣੀ ਆ ਆਪਾਂ ਦੇਖਦੇ ਹਾਂ ਵੀ ਕਿੰਨਾ ਉਹ ਸ਼ਾਂਤੀ ਰੂਹ ਨੂੰ ਦਿੰਦਾ ਵੀ ਜਦੋਂ ਆਪਾਂ ਉਸ ਨੂੰ ਛਕਦੇ ਹਾਂ। ਸੋ ਇਸ ਕਰਕੇ ਜੀ ਵੀ ਉਹ ਜਿਹੜਾ ਸਾਦਾ ਪਾਣੀ ਮਤਲਬ ਉਹ ਹੁੰਦਾ ਗਰਮੀ ਨੂੰ ਕਿੱਲ ਕਰਨ ਦੇ ਲਈ। ਆ ਜਿਹੜੇ ਦੂਸਰੇ ਜਦੋਂ ਠੰਡੇ ਮਿੱਠੇ ਪੀਤੇ ਜਾਂਦੇ ਉਹਦੇ ਨਾਲ ਪਿਆਸ ਸਗੋਂ ਹੋਰ ਲੱਗਦੀ ਆ ਬਾਅਦ ਦੇ ਵਿੱਚ ਜ਼ਿਆਦਾ ਜੀ। ਹਾਂਜੀ, ਕਿਉਂਕਿ ਉਹਨਾਂ ਦੀ ਕੰਪੋਜੀਸ਼ਨ ਹੀ ਕੁਛ ਐਸੀ ਹੁੰਦੀ ਆ। ਸੋ ਕੁੱਲ ਮਿਲਾ ਕੇ ਇਹ ਹੈ ਜੀ ਵੀ ਬੜਾ ਇਹ ਆਉਣ ਵਾਲੇ ਚੁਭਵੇਂ ਜਿਹੜੇ ਘੰਟੇ ਹੋ ਸਕਦੇ ਆ, ਸੋ ਇਸ ਦਾ ਸਾਹਮਣਾ ਵੀ ਕਰਨਾ, ਮੁਕਾਬਲਾ ਵੀ ਕਰਨਾ, ਆਪਣੇ ਕੰਮ ਧੰਦੇ ਵੀ ਕਰਦੇ ਰਹਿਣਾ ਤੇ ਨਾਲ ਦੀ ਨਾਲ ਜੀ ਵੀ ਗੁਰੂ ਮਹਾਰਾਜ ਜੀਆਂ ਦਾ ਧੰਨਵਾਦ ਵੀ ਕਰਨਾ ਕਿ ਆਪਾਂ ਕਰੋੜਾਂ ਅਰਬਾਂ ਹੋਰ ਲੋਕਾਂ ਦੇ ਮੁਕਾਬਲੇ ਬੜੇ ਖੁਸ਼ਕਿਸਮਤ ਹਾਂ ਕਿ ਕੈਨੇਡਾ ਨੰਬਰ 1 ਦੇਸ਼ ਦੇ ਵਿੱਚ ਸਾਨੂੰ ਸੁਭਾਗਾ ਸਮਾਂ ਪ੍ਰਾਪਤ ਆਪਣੀ ਜ਼ਿੰਦਗੀ ਮਾਣਨ ਦਾ ਮਿਲਿਆ ਹੋਇਆ ਜੀ। ਉਸ ਨੂੰ ਮਾਣੀਏ ਵੱਧ ਤੋਂ ਵੱਧ। ਜੌਲ ਸਾਹਿਬ, ਟੋਰਾਂਟੋ ਦੇ ਵਿੱਚ ਜੇ ਦੇਖਿਆ ਜਾਵੇ ਤਾਂ 39 ਜ਼ਿੰਦਗੀਆਂ ਸਾਡੇ ਤੋਂ ਵਿਛੜ ਚੁੱਕੀਆਂ ਜੀ, ਰੂਹਾਂ। ਐਂਡ ਇਸ ਸਾਲ ਜੋ ਹਾਦਸੇ ਹੋਏ ਨੇ, ਉੱਥੇ ਇੱਕ ਹੋਰ ਹਾਦਸਾ 37th ਜਿਹੜਾ ਮਰਡਰ ਸਾਡੇ ਆਪਣੀ ਕਮਿਊਨਿਟੀ ਦੇ ਵਿੱਚੋਂ ਪ੍ਰਦੀਪ ਬਰਾੜ, ਜੋ ਕਿ ਸਿਰਫ ਆਈ ਥਿੰਕ 25-26 ਸਾਲ ਦਾ ਇਹ ਨੌਜਵਾਨ ਬਰੈਂਪਟਨ ਦਾ ਰਹਿਣ ਵਾਲਾ, ਜੋ ਇੱਕ ਬਰਥਡੇ ਪਾਰਟੀ ਅਟੈਂਡ ਕਰਨ ਗਿਆ ਸੀ ਕਲੱਬ ਦੇ ਵਿੱਚ, ਉਸ ਦੀ ਮੌਤ ਹੋ ਚੁੱਕੀ ਹੈ ਜੀ। ਬਿਲਕੁਲ। ਅੱਛਾ, ਹੁਣ ਫਿਰ ਦੇਖ ਲਓ ਵੀ ਆਪਾਂ ਜੇ ਬਰੈਂਪਟਨ 'ਚ ਇਹ ਕੋਲੀਜਨ ਹੋਈ, ਮਤਲਬ ਤੇਜ਼ ਰਫ਼ਤਾਰ ਗੱਡੀ ਰਾਹਗੀਰ ਦੇ ਵਿੱਚ ਆ ਕੇ ਵੱਜੀ ਤੇ ਰਾਹਗੀਰ ਵੀ ਪੰਜਾਬੀ ਸਾਡੇ ਵਿਕ ਢਿੱਲੋਂ ਜੀ ਤੇ ਉਹ ਗੱਡੀ ਦਾ ਡਰਾਈਵਰ ਵੀ ਪੰਜਾਬੀ, ਤੇ ਹੁਣ ਟੋਰੰਟੋ ਡਾਊਨਟਾਊਨ ਕਿੱਥੇ ਆ ਤੇ ਬਰੈਂਪਟਨ ਤੋਂ ਜਾਣੀ ਕਿ ਉੱਠ ਕੇ ਆਪਾਂ ਉਸ ਵੇਲੇ ਬਰਥਡੇ ਪਾਰਟੀ ਮਨਾਉਣ ਨੂੰ ਤੁਰ ਰਹੇ ਹਾਂ, ਜਦੋਂ ਕਿ ਬਰਥਡੇ ਪਾਰਟੀ ਸਮਾਪਤ ਹੋ ਜਾਣੀ ਚਾਹੀਦੀ ਰਾਤ ਨੂੰ 10-11 ਵਜੇ। ਤਾਂ ਪਤਾ ਲੱਗ ਰਿਹਾ ਵੀ ਜਾਣੀ ਕਿ ਇਹ ਟੋਲੇ ਦੇ ਵਿੱਚ ਕੁਛ ਮੁੰਡੇ ਜਾਂ ਕੁੜੀਆਂ ਜਾਣੀ ਰਲ ਕੇ ਗਏ ਸੀ ਇੱਥੋਂ ਰਾਤ ਨੂੰ ਬਰਥਡੇ ਪਾਰਟੀ ਵਾਸਤੇ। ਫਿਰ ਰਾਤ ਨੂੰ 10-11 ਵਜੇ ਤਾਂ ਬਰੈਂਪਟਨ ਤੋਂ ਉਹ ਤੁਰੇ ਹੀ ਆ। ਅੱਛਾ, ਉੱਥੇ ਫਿਰ ਜਦੋਂ ਗੋਲੀ ਚੱਲਣ ਦੀ ਇਹ ਘਟਨਾ 3 ਵਜੇ ਵਾਪਰੀ ਆ ਨਾਈਟ ਕਲੱਬ ਦੇ ਵਿੱਚ ਜੀ। ਸੋ ਐਟਲੀਸਟ ਜਾਣੀ ਕਿ ਵੀ ਇਹ ਟੋਰੰਟੋ ਡਾਊਨਟਾਊਨ ਸਾਡੇ ਮਨ 'ਚ ਹੁੰਦਾ ਵੀ ਸਪੇਅਰਡ ਹੋਊਗਾ ਵੀ ਉੱਥੇ ਜਿਹੜੀਆਂ ਘਟਨਾਵਾਂ ਵਾਪਰ ਰਹੀਆਂ ਵੀ ਉਹਦੇ ਵਿੱਚ ਕੋਈ ਪੰਜਾਬੀ ਨਾਂ ਨਹੀਂ ਆਊਗਾ। ਪਰ ਹੁਣ ਇਹ ਵੀ ਦੇਖ ਲਓ ਵੀ ਸਾਹ ਸੁੱਤੇ ਜਾਂਦੇ ਆ ਵੀ ਫਿਰ ਦੂਸਰੇ ਪਾਸੇ ਆਪਾਂ ਬਾਅਦ ਦੇ ਵਿੱਚ ਤਾਂ ਬੜੇ ਘਬਰਾਉਂਦੇ ਆ। ਪਰ ਕੁੱਲ ਮਿਲਾ ਕੇ ਵੀ ਇਹ ਜਿਹੜਾ ਆਪਾਂ ਅੱਗੇ ਵੀ ਗੱਲ ਕਰਦੇ ਹੁੰਦੇ ਪ੍ਰੋਗਰਾਮਾਂ ਦੇ ਵਿੱਚ ਵੀ ਇਹ ਜਿਹੜਾ ਨਾਈਟ ਕਲੱਬਾਂ ਦਾ ਕਲਚਰ ਆ ਵੀ ਇਹਦੇ ਫਾਇਦੇ ਨਹੀਂ ਸਾਨੂੰ ਅੱਜ ਤੱਕ ਕਿਸੇ ਨੇ ਦੱਸੇ, ਕਿਸੇ ਨੂੰ ਕੋਈ ਸੁੱਝਦੇ ਆ ਤੇ ਦੱਸੇ ਜਾ ਸਕਦੇ ਜਦੋਂ ਮਰਜ਼ੀ ਜੀ। ਵੀ ਇਹਦੇ ਨੁਕਸਾਨ ਤਾਂ ਵੱਟ ਤੇ ਹੀ ਆ ਨਾ ਜੀ, ਹਰ ਵੀਕਐਂਡ ਤੇ ਆ ਕਿਸੇ ਨਾ ਕਿਸੇ ਰੂਪ 'ਚ ਸਾਹਮਣੇ ਆ ਜਾਂਦੇ ਆ। ਸੋ ਇਹ ਅੱਜ ਵੀ ਗੋਲੀ ਉੱਥੇ ਨਾਈਟ ਕਲੱਬ ਦੇ ਵਿੱਚ ਚੱਲੀ ਆ ਤੇ ਚੱਲੀ ਰਾਤ ਨੂੰ ਕਿਤੇ 3 ਵਜੇ ਤੋਂ ਬਾਅਦ, ਹੈ ਨਾ। ਪੁਲਿਸ ਜਿਹੜੀ ਆ ਉਹ 3:30 ਵਜੇ ਕਾਲ ਹੋਈ ਆ ਤੇ ਉਹ ਜੀ ਫਿਰ
ਵੀ ਇਹ ਲੜਕਾ ਤੇ ਲੜਕੀ ਇਹ ਕਾਫੀ ਗੰਭੀਰ ਇਹਨੂੰ ਕਹ ਲਓ ਵੀ ਗੋਲੀਆਂ ਜਿਹੜੀਆਂ ਵੱਜੀਆਂ ਮੁੰਡੇ ਨੂੰ ਤੇ ਇਹ ਤੇ ਕਿ ਫਿਰ ਡਾਇਰੈਕਟਲੀ ਵੱਜੀਆਂ ਸੀ ਕਿ ਇਹ ਸ਼ਿਕਾਰ ਹੋ ਗਏ ਸਨ ਲਾਈਕ ਫਾਇਰਿੰਗ ਦੇ ਵਿੱਚ ਕੁਝ ਪਤਾ ਲੱਗਾ? ਦੇਖੋ ਇਹ ਹੁਣ ਨਾ ਵੀ ਜਿਹੜੀ ਪ੍ਰੀਲਿਮਿਨਰੀ ਜਿਸ ਤਰ੍ਹਾਂ ਜਿਹੜੇ ਨਾਲ ਗਏ ਸੀ ਉਹਨਾਂ ਦਾ ਤੇ ਕਹਿਣਾ ਇਹੀ ਆ ਜੀ ਵੀ ਇਹ ਤਾਂ ਵਾਸ਼ਰੂਮ ਗਿਆ ਸੀ ਤੇ ਵਾਸ਼ਰੂਮ ਦੇ ਵਿੱਚੋਂ ਨਿਕਲਦਾ ਸੀਗਾ ਤੇ ਦੋ ਉੱਥੇ ਹੋਰ ਸੀ ਲੜਕੇ, ਉਹਨਾਂ ਦੀ ਆਪਸ ਵਿੱਚ ਕੋਈ ਹੋਈ ਗੱਲਬਾਤ। ਇਹ ਹੁਣ ਅਨਕਨਫਰਮਡ ਆ, ਇਹਦਾ ਪੁਲਿਸ ਇਨਵੈਸਟੀਗੇਟ ਕਰ ਰਹੀ ਵੀ ਅਸਲ 'ਚ ਕੀ ਹੋਇਆ ਹਨਾ। ਤੇ ਫਿਰ ਉੱਥੇ ਗੋਲੀ ਚੱਲ ਗਈ ਤੇ ਇਹ ਵਿੱਚ ਗੋਲੀ ਦੇ ਆ ਗਿਆ ਹਨਾ। ਚਲੋ ਗੁਰੂ ਮਹਾਰਾਜ ਕਰੇ ਵੀ ਇਹਦੀ ਇਨਵੋਲਵਮੈਂਟ ਕੋ ਨਾ ਹੋਵੇ ਇਹ, ਪਰ ਕੁੱਲ ਮਿਲਾ ਕੇ ਜਾਣੀ ਵੀ ਰਾਤ ਨੂੰ 3 ਵਜੇ ਜੇ ਆਪਾਂ ਇਹੋ ਜਿਹੀ ਥਾਂ ਤੇ ਹੈਗੇ ਆ ਤੇ ਫਿਰ ਚੰਦ ਤਾਂ ਚੜ੍ਹ ਹੀ ਸਕਦਾ ਨਾ ਜੀ। ਰਾਤ ਨੂੰ 3 ਵਜੇ ਬਰਥਡੇ ਪਾਰਟੀ ਕਿਹੜੀ ਆ? ਸੋ ਅਸੀਂ ਕਿਸੇ ਨੂੰ ਕੋਈ ਕਸੂਰ ਨਹੀਂ, ਕੋਈ ਗੱਲ ਨਹੀਂ, ਪਰ ਆਪਾਂ ਰਿਵਿਊ ਮਤਲਬ ਆਪਾਂ ਚਾਹੁੰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਅਲਰਟ ਹੋ ਜਾਈਏ, ਨਾ ਵਾਪਰੇ ਇਹੋ ਕੁਛ। ਇਹ ਥੋੜਾ ਕੋਈ ਹਰ ਵਾਰ ਆਪਾਂ ਬੰਦੇ ਆਪਣੇ ਮਰਵਾ ਕੇ ਦੁਹੱਥੜੇ ਮਾਰ ਕੇ ਤੇ ਫਿਰ ਰਹਿਣਾ ਉੱਦਾਂ ਦੇ ਉੱਦਾਂ ਹੀ ਆ ਮਿੱਟੀ ਦੇ ਮਾਤੋਂ ਹਨਾ, ਉਹੀ ਕਰੀ ਜਾਣਾ ਜਿਹੜੇ ਰਿਸਕਸ ਕਰਕੇ ਮਤਲਬ ਵੀ ਜਾਨਾਂ ਆਲਰੇਡੀ ਜਾ ਰਹੀਆਂ ਆ ਜੀ। ਇਹ ਡਿਸਕਸ ਕਰਨ ਦਾ ਮਤਲਬ ਇਹ ਆ ਵੀ ਅਸੀਂ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਅੱਗੇ ਤੋਂ ਸਮਝੀਏ। ਬਿਲਕੁਲ। ਵੀ ਸਾਡਾ ਰਾਤ ਨੂੰ 3 ਵਜੇ ਕਿਸੇ ਨਾਈਟ ਕਲੱਬ 'ਚ ਕੰਮ ਕੀ ਆ ਜੀ? ਰਾਤਾਂ ਮਤਲਬ ਸੌਣ ਵਾਸਤੇ ਬਣਾਈਆਂ ਕੁਦਰਤ ਨੇ, ਦੇਖਿਆ ਜਾਵੇ ਤਾਂ ਹਨਾ। ਤੇ ਦੂਸਰੇ ਪਾਸੇ ਫਿਰ ਜਦੋਂ ਇਸ ਤਰ੍ਹਾਂ ਦਾ ਆਪਾਂ ਰਿਸਕ ਲੈਂਦੇ ਹਾਂ ਤੇ ਫਿਰ ਘਟਨਾ ਤਾਂ ਵਾਪਰ ਸਕਦੀ ਆ ਤੇ ਵਾਪਰ ਗਈ ਆ ਆਪਣੇ ਸਾਹਮਣੇ ਆ। ਪ੍ਰਦੀਪ ਬਰਾੜ 26 ਸਾਲ ਦਾ, ਇਹ ਕੋਟਕਪੂਰਾ ਦੇ ਲਾਗੇ ਹੈ ਜੀ, ਕਹਿੰਦੇ ਖਾਰਾ ਪਿੰਡ ਉੱਥੇ ਨਾਲ ਸੰਬੰਧਿਤ ਹੈ। ਤੇ ਇਹ ਯੰਗ ਮੈਨ ਦੀ ਡੈਥ ਹੋਈ ਹੈ ਤੇ ਲੜਕੀ ਜਿਹੜੀ ਹੈ ਜੀ ਚਲੋ ਉਹ ਠੀਕ ਹੈ, ਮਤਲਬ ਬਚਾਅ ਉਹਦਾ ਹੋ ਗਿਆ। ਤੇ ਹੁਣ ਇਹ ਲੜਕਾ ਚਲੋ ਕਹਿੰਦੇ ਆ ਜੀ ਵੀ ਵਾਸ਼ਰੂਮ ਗਿਆ ਸੀ ਤੇ ਲੜਕੀ ਨੂੰ ਕਿਉਂ ਲੱਗੀਆਂ ਗੋਲੀਆਂ ਇਹ ਨਹੀਂ ਹਜੇ ਦੱਸਿਆ। ਤੇ ਕੁੱਲ ਮਿਲਾ ਕੇ ਲੇਕਿਨ ਕਿ ਇਹ ਹੈ ਜੀ ਵੀ ਮਤਲਬ ਫਿਰ ਅਜੇ ਬਾਕੀ ਦੀ ਜਿਹੜੀ ਇਨਵੈਸਟੀਗੇਸ਼ਨ ਇਸ ਸਿਲਸਿਲੇ ਦੇ ਵਿੱਚ ਜਾਰੀ ਆ। ਪਰ ਘਟਨਾ ਵਾਪਰ ਚੁੱਕੀ ਆ ਤੇ ਇਹ 200ਵਾਂ ਦਿਨ ਹੈ 2022 ਦਾ ਤੇ 39th ਮਰਡਰ ਜਿਹੜਾ ਜੀ ਵੀ ਟੋਰੰਟੋ ਦਾ ਕਹ ਲਓ ਵੀ 39 ਲੋਕਾਂ ਦੀ ਜਾਨ ਵੱਖ-ਵੱਖ ਇਹ ਘਟਨਾਵਾਂ ਦੇ ਵਿੱਚ ਹੁਣ ਤੱਕ ਜਾ ਚੁੱਕੀ ਆ। ਤੇ ਦੇਖਦੇ ਆ ਫਿਰ ਅਗਲੇ 65 ਜਿਹੜੇ 165 ਦਿਨ ਬਾਕੀ ਬਚੇ ਆ ਇਸ ਸਾਲ ਦੇ ਵਿੱਚ ਵੀ ਉਹ ਸੁੱਖੀ ਸਾਂਦੀ ਲੰਘ ਜਾਣ ਤੇ ਚੰਗਾ, ਪਰ ਇਹ ਬਣੇ ਹੋਏ ਹਾਲਾਤਾਂ ਤੋਂ ਲੱਗਦਾ ਵੀ ਇੰਨੇ ਸੌਖੇ ਵੀ ਨਹੀਂ ਲੰਘਣੇ। ਲੈਂਦੇ ਆ ਫਰਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੰਡੀਆ ਜਾਣ ਲਈ ਕੋਈ ਨਵੀਂ ਸ਼ਰਤ ਤਾਂ ਨਹੀਂ ਹੈ ਜੋ ਲੱਗੀ? ਹਾਂਜੀ, ਇੰਡੀਆ ਜਾਣ ਲਈ ਕੋਈ ਨਵੀਂ ਸ਼ਰਤ ਕਾਨੂੰਨਾਂ ਦੇ ਬਾਅਦ? ਨਹੀਂ ਹਾਲੇ ਜੀ ਕੋਈ ਨਹੀਂ ਤਾਂ ਜਾਏਗੀ ਜੀ। ਬਸ ਜੋ ਜੇ 2 ਟੀਕੇ ਲੱਗੇ ਉਹ ਕਾਨੂੰਨਾਂ ਹਾਂਜੀ ਜਾ ਸਕਦੇ ਜੀ, ਬਿਲਕੁਲ ਜਾ ਸਕਦੇ। ਓਕੇ, ਥੈਂਕ ਯੂ ਸੋ ਮਚ ਜੀ। ਲੈਂਦੇ ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਦੋਨਾਂ ਵੀਰਾਂ ਤੋਂ ਸੁਣਨ ਵਾਲਿਆਂ ਨੂੰ ਜੀ ਸਤਿ ਸ਼੍ਰੀ ਅਕਾਲ ਸਾਹਿਬ ਜੀ। ਅੱਜ ਮੈਂ ਇੱਕ ਨਾ ਰਿਪੋਰਟ ਸੁਣਦਾ ਸੀਗਾ, ਤੁਸੀਂ ਚਲੋ ਮੀਡੀਆ ਬਹੁਤ ਪਹਿਲਾਂ ਜਦੋਂ 26/11 ਹੋਇਆ ਇੰਡੀਆ ਦੇ ਵਿੱਚ, ਉਦੋਂ ਮੀਡੀਆ ਨੇ ਇੰਨੀ ਕਾਹਲੀ ਕੀਤੀ ਵੀ ਫਟਾਫਟ ਆਪਣੇ ਕੈਮਰੇ ਲਾ ਕੇ ਵੀ ਜਿਹੜੇ ਉੱਥੇ ਦੇ ਕਮਾਂਡੋ ਐਕਸ਼ਨ ਲੈ ਰਹੇ ਸੀ ਨਾ ਉਹ ਲਾਈਵ ਦਿਖਾਉਣ ਲੱਗ ਪਏ। ਉਹਦਾ ਨੁਕਸਾਨ ਇਹ ਹੋਇਆ ਵੀ ਜਿਹੜੇ ਇਹਨਾਂ ਦੇ ਸੀਗੇ ਆਕਾ ਆਪਣੇ ਅੱਤਵਾਦੀਆਂ ਦੇ, ਉਹ ਸਾਰਾ ਕੁਝ ਦੇਖ ਕੇ ਆਪਣੇ ਕਮਾਂਡੋ ਆਪਣੇ ਅੱਤਵਾਦੀਆਂ ਦੱਸ ਰਹੇ ਸੀ ਹੁਣ ਆਹ ਛੱਤ ਤੇ ਉੱਤਰ ਗਏ ਕਮਾਂਡੋ ਹੋਈ ਤੇ ਉਹਦਾ ਬਹੁਤ ਕੈਜੂਅਲਟੀ, ਕਮਾਂਡੋ ਬਹੁਤ ਮਾਰੇ ਗਏ ਉਸ ਵਜ੍ਹਾ ਦੇ ਨਾਲ। ਹੁਣ ਦੂਜੀ ਗੱਲ ਆ ਜਿਹੜਾ ਹੁਣ ਸੋਸ਼ਲ ਮੀਡੀਆ ਚੱਲ ਪਿਆ, ਹਰ ਇੱਕ ਜਣਾ ਖੜਾ ਉੱਠ ਕੇ ਸੋਸ਼ਲ ਮੀਡੀਆ ਇੱਕ ਮਾਈਕ ਫੜ ਕੇ ਹਾਂਜੀ ਤੁਸੀਂ ਕੀ ਫੀਲ ਕਰਦੇ ਆ। ਜਦੋਂ ਆਪਣੇ ਨਵਜੋਤ ਸਿੱਧੂ ਨੂੰ ਸਜ਼ਾ ਹੋਈ, ਉਹਦੇ ਜਿਹੜਾ ਗੁਰਨਾਮ ਸਿੰਘ ਮਾਰਿਆ ਉਹਦੇ ਘਰੇ ਪਹੁੰਚ ਗਏ। ਜੇ ਆਪਣੇ ਨਵਜੋਤ ਸਿੱਧੂ ਸਜ਼ਾ ਹੋਏਗੀ ਤੁਸੀਂ ਕੁਝ ਕਹਿਣਾ ਚਾਹੁੰਦੇ ਨਵਜੋਤ ਸਿੱਧੂ ਨੂੰ? ਉਹ ਲੇਡੀ ਵਿਚਾਰੀ ਸਿਆਣੀ ਨਿਕਲੀ, ਕਹਿੰਦੀ ਨਹੀਂ ਮੈਂ ਅਸੀਂ ਕੁਝ ਨਹੀਂ ਕਹਿਣਾ। ਮਤਲਬ ਚਾਹੁੰਦੇ ਸੀ ਕਿ ਕੁਝ ਨਾ ਕੁਝ ਉਹਦੇ ਬਾਰੇ ਖਰਾਬ ਬਿਆਨ ਦੇਣ ਵੀ ਆਹ ਚੰਗਾ ਹੋਇਆ ਜਾਂ ਮਾੜਾ ਹੋਇਆ ਨਾ। ਜਦੋਂ ਸਿੱਧੂ ਮੂਸੇਵਾਲਾ ਦੀ ਡੈਥ ਹੋਈ ਆ, ਉਹ ਜਿਹੜੀ ਕੁੜੀ ਦਾ ਉਹਦਾ ਰਿਸ਼ਤਾ ਸੀ ਉਹਦੇ ਘਰੇ ਪਹੁੰਚ ਗਏ, ਹਾਂਜੀ ਉਹਦੀ ਡੈਥ ਹੋ ਗਈ, ਤੁਸੀਂ ਕਿੱਦਾਂ ਮਹਿਸੂਸ ਕਰਦੇ? ਇਹ ਮਤਲਬ ਬਹੁਤ ਹੀ ਮਤਲਬ ਨੀਵੇਂ ਪੱਧਰ ਦੀ ਪੱਤਰਕਾਰੀ ਤੇ ਪਹੁੰਚ ਕੇ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ਥੈਂਕ ਯੂ ਜੀ। ਦੇਖੋ ਜੀ ਵੀ ਕਿਸੇ ਵੀ ਪ੍ਰੋਫੈਸ਼ਨ ਦੇ ਵਿੱਚ ਜਦੋਂ ਅਨਪ੍ਰੋਫੈਸ਼ਨਲ ਲੋਕ ਐਂਟਰ ਕਰਨਗੇ ਤੇ ਉਸ ਪ੍ਰੋਫੈਸ਼ਨ ਦਾ ਸਤਿਆਨਾਸ਼ ਹੋਣਾ ਹੀ ਹੁੰਦਾ। ਇਹ ਹੁਣ ਗੁੱਸਾ ਨਹੀਂ ਕਰਨ ਦੀ ਲੋੜ ਹੁੰਦੀ, ਜਿਹੜਾ ਸੱਚ ਕੰਧ ਤੇ ਲਿਖਿਆ ਹੋਵੇ ਵੀ ਆਪਾਂ ਨਹੀਂ ਪੜ੍ਹਨਾ ਚਾਹੁੰਦੇ ਉਹ ਗੱਲ ਵੱਖਰੀ ਆ ਵੀ ਸਾਡਾ ਕੋਈ ਦੋਹਰਾ ਕਿਰਦਾਰ ਆ, ਪਰ ਜਿਹੜੇ ਸੱਚ ਕੁਛ ਕੰਧ ਤੇ ਲਿਖੇ ਹੋਣ ਉਹ ਜਾਣੀ ਕਿ ਪੜ੍ਹ ਲੈਣੇ ਚਾਹੀਦੇ ਤਾਂ ਕਿ ਅਸੀਂ ਉਹ ਆਪਣੇ ਜਿਹੜੀਆਂ ਘਾਟਾਂ ਕੋਈ ਡੈਫੀਸ਼ੀਐਂਸੀਜ਼ ਹੋਣ ਉਹਨਾਂ ਤੇ ਕੰਮ ਕਰ ਸਕੀਏ। ਮਕਸਦ ਇਹ ਹੁੰਦਾ ਸਾਡਾ ਜੋ ਵੀ ਐਂਗਲ ਆ ਨਾ, ਭਾਵੇਂ ਉਹ ਕ੍ਰਿਟੀਕਲ ਹੋਵੇ, ਆਪਾਂ ਡਿਸਕਸ ਕਰਦੇ ਹਾਂ ਅਰਸ਼, ਉਹਦੇ 'ਚ ਪਰਪਜ਼ ਕਿਸੇ ਨੂੰ ਮਾੜਾ ਚੰਗਾ ਕਹਿਣਾ ਬਣਾਉਣਾ ਸਾਬਿਤ ਕਰਨਾ ਨਹੀਂ ਕਦੇ ਵੀ ਹੁੰਦਾ। ਉਹਦੇ ਵਿੱਚ ਪਰਪਜ਼ ਇਹ ਹੁੰਦਾ ਵੀ ਆਹ ਚੀਜ਼ਾਂ ਹੈਗੀਆਂ ਹੋ ਰਹੀਆਂ, ਆਹ ਸ਼ੀਸ਼ਾ ਆ ਇਹ ਦੇਖ ਲਈਏ
ਕੰਧ ਤੇ ਲਿਖਿਆ ਪੜ੍ਹ ਲਈਏ ਤਾਂ ਕਿ ਇਹਨੂੰ ਬੈਟਰ ਕਰਕੇ ਆਪਣਾ ਅਸੀਂ ਜੀਵਨ ਹੋਰ ਭਲਾ ਕਰ ਲਈਏ। ਜੀ ਮਕਸਦ ਇੰਨਾ ਹੀ ਹੁੰਦਾ। ਬਾਕੀ ਆਪੋ ਆਪਣੀ ਗਾਂ ਬੁੱਧੀ ਦੀ ਸਮਰੱਥਾ ਹੈ ਵੀ ਕੋਈ ਵਿਅਕਤੀ ਕਿਸੇ ਗੱਲ ਨੂੰ ਕਿਵੇਂ ਲੈ ਕੇ ਆਵੇਂ, ਮਤਲਬ ਹਨਾ ਕਿ ਉਹਦੀ ਸੌੜੀ ਗੱਲ ਬਣਾ ਲਵੇ, ਉਹ ਗੱਲ ਵੱਖਰੀ ਆ। ਸਾਡਾ ਮਕਸਦ ਹਮੇਸ਼ਾ ਇਹ ਆ ਵੀ ਆਹ ਚੀਜ਼ਾਂ ਨੇ, ਚਲੋ ਜੀ ਆਹ ਬਹੁਤ ਵਧੀਆ ਚੀਜ਼ਾਂ ਵੀ ਨੇ, ਇਹਦੀਆਂ ਵਧਾਈਆਂ, ਪਰ ਆਹ ਚੀਜ਼ਾਂ ਬਹੁਤ ਮਾੜੀਆਂ ਵੀ ਹੋ ਰਹੀਆਂ ਆ, ਇਹਦੇ ਤੇ ਆਪਾਂ ਜਰਾ ਵਿਚਾਰ ਕਰ ਲਈਏ। ਸੋ ਇਦਾਂ ਹੀ ਆਪਾਂ ਸਵਾਲ ਫਿਰ ਤਾਂ ਹੀ ਕਰਦੇ ਹੁੰਦੇ ਆ ਵੀ ਕੈਨੇਡਾ ਦੇ ਵਿੱਚ ਆਪਾਂ ਜਿਹੜੇ ਐਂਟਰ ਹੋਏ, ਬਾਹਰੋਂ ਆਏ ਹੋਏ ਲੋਕ ਜਿਹੜੇ ਜਿਹੜੇ ਪ੍ਰੋਫੈਸ਼ਨ 'ਚ ਗਏ, ਉਹ ਪ੍ਰੋਫੈਸ਼ਨ ਦਾ ਸੱਤਿਆਨਾਸ਼ ਹੋ ਗਿਆ ਕਿ ਜਾਂ ਕੋਈ ਬਚਿਆ ਆ? ਕੋਈ ਭੈਣ ਭਰਾ ਇੱਕ ਪ੍ਰੋਫੈਸ਼ਨ ਦੱਸ ਸਕਦਾ ਜਿਹਦੇ ਵਿੱਚ ਕੈਨੇਡੀਅਨ ਬੋਰਨ ਤੇ ਟ੍ਰੇਨਡ ਲੋਕ, ਜਾਣੀ ਕਿ ਉਹਨਾਂ ਦੇ ਨਾਲ ਬਾਹਰੋਂ ਆਏ ਹੋਏ ਲੋਕਾਂ ਦੀ ਬਹੁਤਾਤ ਹੋ ਗਈ, ਉਹਦਾ ਸੱਤਿਆਨਾਸ਼ ਨਹੀਂ ਹੋਇਆ, ਉਸ ਪ੍ਰੋਫੈਸ਼ਨ ਦਾ ਬੇੜਾ ਗਰਕ ਨਹੀਂ ਹੋਇਆ? ਕੋਈ ਇੱਕ ਪ੍ਰੋਫੈਸ਼ਨ ਆਪਾਂ ਦੱਸ ਸਕਦੇ ਹਾਂ? ਤੇ ਜਾਂ ਫਿਰ ਆਪਾਂ ਕਹਿੰਦੇ ਹੁੰਦੇ ਵੀ ਕੋਈ ਇੱਕ ਪ੍ਰੋਫੈਸ਼ਨ ਕੈਨੇਡਾ 'ਚ ਉਹ ਦੱਸ ਦਿਓ ਫਿਰ ਜਿਹਦੇ 'ਚ ਆਪਾਂ ਜੇ ਨਹੀਂ ਐਂਟਰ ਹੋ ਸਕੇ ਤੇ ਉਹਦਾ ਫਿਰ ਵੀ ਪੱਠਾ ਬਹਿ ਗਿਆ ਹੋਵੇ। ਇਸ ਸਵਾਲ ਦਾ ਕਿਸੇ ਨੇ ਅਜੇ ਤੱਕ ਜਵਾਬ ਨਹੀਂ ਦਿੱਤਾ। ਸੋ ਇਦਾਂ ਹੀ ਫਿਰ ਮੀਡੀਆ ਵੀ ਤਾਂ ਉਹਦੇ ਵਿੱਚ ਹੀ ਆ ਨਾ, ਜਿਹਦੇ ਵਿੱਚ ਜਿੱਥੇ ਜਿੱਥੇ ਜਾਣੀ ਜਿਸ ਪ੍ਰੋਫੈਸ਼ਨ 'ਚ ਅਨਪ੍ਰੋਫੈਸ਼ਨਲ, ਅਨਟ੍ਰੇਨਡ, ਧਾਕੜ, ਮਨਮਰਜ਼ੀਆਂ ਕਰਨ ਵਾਲੇ ਲੋਕ ਵਾਲੀਆਂ ਸ਼ਾਮਲ ਹੁੰਦੇ ਜਾਣਗੇ, ਉਸ ਪ੍ਰੋਫੈਸ਼ਨ ਦਾ ਸਤਿਆਨਾਸ਼ ਹੋਣਾ ਯਕੀਨੀ ਹੁੰਦਾ। ਤੇ ਉਹਦੇ ਵਿੱਚ ਲੋਕਾਂ ਨੂੰ ਫਿਰ ਆਪਣੇ ਆਪ ਤੋਂ, ਜਾਣੀ ਕਿ ਇਹੋ ਜਿਹੇ ਅਨਪ੍ਰੋਫੈਸ਼ਨਲ ਲੋਕਾਂ ਤੋਂ ਬਚਾ ਕੇ ਆਪ ਰੱਖਣਾ ਪੈਂਦਾ। ਸੋ ਜਿਹੜਾ ਆ ਕੇ ਮਾਈਕ ਤੁਹਾਡੇ ਮੂਹਰੇ ਕਰਕੇ ਕਵੇ ਵੀ ਹਾਂਜੀ ਆਹ ਫਲਾਨਾ ਐ ਹੋ ਗਿਆ ਤੇ ਕਿੱਦਾਂ ਮਹਿਸੂਸ ਕਰਦੇ ਹੋ, ਉਹਨੂੰ ਉਲਟਾ ਇਹੀ ਕਿਹਾ ਜਾ ਸਕਦਾ ਵੀ ਜਿੱਦਾਂ ਤੁਹਾਡੇ ਆਪਣੇ ਘਰ ਦੇ ਵਿੱਚ ਜੀ ਦੀ ਜਾਨ ਜਾਵੇ ਤੇ ਜੋ ਤੁਸੀਂ ਮਹਿਸੂਸ ਕਰੋਗੇ ਉਹੀ ਕਰਦੇ ਆ ਜੀ। ਨੈਕਸਟ ਕਾਲ ਔਨ ਦੀ 에ਅਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਾਹਿਬ। ਸਤਿ ਸ਼੍ਰੀ ਅਕਾਲ ਜੀ ਆਨ ਜੀ, ਸਿੱਧੂ ਸਾਹਿਬ ਜੀ ਆਨ। ਬਾਬਾ ਦੇ ਮਿਰਚਾਣਾ ਸਾਹਿਬ ਬੋਲਦਾ। ਮੈਂ ਕਿਹਾ ਕੰਨ ਤੇ ਲਿਖਿਆ ਤਾਂ ਕਿਹਨੇ ਪੜ੍ਹਨਾ? ਤੁਹਾਡਾ ਜਿਹੜਾ ਲਿਖਦੇ ਉਹ ਨਹੀਂ ਪੜ੍ਹਦੇ, ਕੰਨ ਤੇ ਤਾਂ ਬਹੁਤ ਕੁਛ ਲਿਖਿਆ ਹੁੰਦਾ, ਜਿੱਥੇ ਲਿਖਿਆ ਹੁੰਦਾ ਉਹ ਕਹਿੰਦੇ ਵੀ ਇੱਥੇ ਕਰਨਾ ਮਨਾ, ਉੱਥੇ ਹੀ ਕਰੀ ਜਾਂਦੇ ਹੁੰਦੇ ਆ। ਬਾਕੀ ਹੁਣ ਜਿਹੜਾ ਜਵਾਕ ਮਰਿਆ, ਇਹ ਮਾਂ ਪਿਓ ਨੂੰ ਮਾਰ ਕੇ ਸਿੱਟ ਗਿਆ ਨਾ, ਇਹਦਾ ਕੱਖ ਨਹੀਂ ਜਾਣਾ। ਅੱਧੀ ਰਾਤ ਨੂੰ ਕਿਹੜੀਆਂ ਪਾਰਟੀਆਂ ਕਰਦੇ ਫਿਰਦੇ ਆ, 9 ਵਜੇ ਬਾਹਰ ਨਿਕਲੋ ਜੀ ਨਹੀਂ ਕਰਦਾ। ਬਾਕੀ ਆਪਣੇ ਦਿਨ ਵੀ ਥੋੜੇ ਰਹਿ ਗਏ, ਕਿਵੇਂ ਚੱਲਦਾ ਪ੍ਰੋਗਰਾਮ? ਹਾਂ 98 ਰਹਿ ਗਏ ਜੀ ਦਿਨ, ਬਹੁਤ ਉਤਸ਼ਾਹ ਦੇ ਵਿੱਚ ਅੱਛਾ ਹੈ। ਬਹੁਤ ਬਹੁਤ ਧੰਨਵਾਦ, ਪੂਰੀ ਤਿਆਰੀ। ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ, ਥੈਂਕ ਯੂ ਸੋ ਮਚ ਸਿੱਧੂ ਸਾਹਿਬ, ਥੈਂਕ ਯੂ। ਜੌਲ ਸਾਹਿਬ, ਜੇ ਆਪਾਂ ਗੱਲਬਾਤ ਕਰੀਏ ਵਿਕਟਮਸ ਦੀ, ਜਿਹੜੀਆਂ ਚੋਰੀਆਂ ਹੋ ਰਹੀਆਂ ਨੇ ਜੀ ਬਰੈਂਪਟਨ, ਮਿਸਿਸਾਗਾ ਦੇ ਵਿੱਚ, ਜੇ ਕੋਈ ਚੋਰੀ ਹੋ ਜਾਂਦੀ ਹੈ ਜਾਂ ਕੋਈ ਇੱਦਾਂ ਦੀ ਹਾਦਸਾ ਕੋਈ ਵਾਪਰ ਜਾਂਦਾ ਹੈ ਤਾਂ ਪੀਲ ਪੁਲਿਸ ਨੂੰ ਯਾਰ ਇੰਨਾ ਟਾਈਮ ਕਿਉਂ ਲੱਗ ਜਾਂਦਾ ਜੀ ਔਨ ਸਾਈਟ ਆਉਣ ਨੂੰ? ਉਹਦੇ ਜੀ ਚੋਰੀ ਦੇ ਮੌਕੇ ਤੇ ਤਾਂ ਆਉਂਦੇ ਹੀ ਨਹੀਂ ਨਾ ਆਮ ਤੌਰ ਤੇ, ਆਉਣ ਵੀ ਤੇ ਜਾਣੀ ਜਾਂ ਕਿਤੇ ਮਤਲਬ 4-5-6 ਘੰਟਿਆਂ ਬਾਅਦ ਜਾਂ ਅਗਲੇ ਦਿਨ ਜਾ ਕੇ ਮਾੜਾ ਜਿਹਾ ਫੇਰਾ ਪਾਉਣਾ ਉਹਨਾਂ ਨੇ, ਹਨਾ, ਤੇ ਜਾਂ ਆਉਣਾ ਹੀ ਨਹੀਂ ਆ। ਵੀ ਦੱਸ ਰਹੇ ਸੀ ਜਸਵੀਰ ਸਿੰਘ ਵੋਪਰ ਆਏ, ਉਹਨਾਂ ਦੀ ਕੋਈ ਮਹਿੰਗੀ ਗੱਡੀ ਚੁੱਕੀ ਗਈ ਜੀ ਜੀ ਜੀ, ਤੇ ਅਰਸ਼ੋ ਕਹਿੰਦੇ ਮੈਂ ਪੁਲਿਸ ਨੂੰ ਫੋਨ ਕੀਤਾ ਤੇ ਅੱਧਾ ਘੰਟਾ ਜਾਣੀ ਵੇਟ ਕਰਨੀ ਪਈ। ਹਾਂਜੀ, ਅੱਧਾ ਘੰਟਾ ਫੋਨ ਫੜ ਕੇ ਬਹਿਣਾ ਪਿਆ ਵੀ ਕੋਈ ਉੱਥੋਂ ਲਾਈਵ ਰਿਪਰੈਜ਼ੈਂਟੇਟਿਵ, ਕੋਈ ਪੁਲਿਸ ਆਫਿਸਰ ਜਾਂ ਜੋ ਵੀ ਰਿਸੈਪਸ਼ਨ ਆ, ਜੋ ਆ ਕੇ ਸਾਡੇ ਨਾਲ ਗੱਲ ਹੀ ਕਰ ਲੈਣ ਵੀ ਕੀ ਗੱਲ ਹੋਈ। ਸੋ ਅੱਧੇ ਘੰਟੇ ਤੋਂ ਬਾਅਦ ਜਾਣੀ ਕਿ ਉਹਨਾਂ ਨੇ ਉਹ ਆਪਣਾ ਗੱਲਬਾਤ ਜੀ ਪੁੱਛ ਕੇ, ਜਿਸ ਤਰ੍ਹਾਂ ਮਤਲਬ ਹਰ ਇੱਕ ਹੋਰ ਵਿਕਟਮ ਦੇ ਨਾਲ ਵੀ ਇੱਦਾਂ ਹੀ ਹੋ ਰਿਹਾ, ਜਿਹੜੇ ਆ ਥੈਫਟ ਤੇ ਹੁੰਦੇ ਆ ਵੀ ਘਰੋਂ ਗੱਡੀ ਲੈ ਗਏ, ਕੋਈ ਸਮਾਨ ਲੈ ਗਏ, ਚੋਰੀ ਹੋ ਗਈ ਜੀ, ਤੇ ਫਿਰ ਉੱਥੇ ਜਦੋਂ ਫੋਨ ਕਰੋ ਤੇ ਫਿਰ ਜੀ ਵੀ ਉਹ ਏਦਾਂ ਗੱਲਾਂ ਬਾਤਾਂ ਕਰਕੇ ਤੇ ਕਲੇਮ ਨੰਬਰ ਇੱਕ ਤੁਹਾਨੂੰ ਦੇ ਦਿੰਦੇ ਆ ਵੀ ਆਹ ਕਲੇਮ ਨੰਬਰ ਆ ਤੁਹਾਡਾ ਜੀ, ਹੁਣ ਤੁਸੀਂ ਤੇ ਤੁਹਾਡੇ ਭਾਗ ਤੇ ਇੰਸ਼ੋਰੈਂਸ ਨਾਲ ਆਪਣਾ ਕਰ ਲਓ ਗੱਲਬਾਤ। ਹੈ ਜੀ, ਇੰਨਾ ਤਾਂ ਕੰਮ ਹੀ ਆ ਜਾਣੀ ਉਹਨਾਂ ਦਾ। ਸੋ ਇਹਦੇ ਨਾਲ ਲੋਕਾਂ ਨੂੰ ਜਾਣੀ ਭੈਣ ਭਰਾਵਾਂ ਨੂੰ ਮਹਿਸੂਸ ਹੁੰਦਾ, ਵਿਕਟਮਸ ਨੂੰ, ਇੱਕ ਤੇ ਸਾਨੂੰ ਸ਼ਾਇਦ ਮਤਲਬ ਸਾਡੀ ਪ੍ਰਾਪਰਟੀ ਜਿਹਨੂੰ ਇਹ ਸੀਰੀਅਸਲੀ ਲਿਆ ਹੀ ਨਹੀਂ ਗਿਆ ਸਿਸਟਮ ਦੇ ਵੱਲੋਂ, ਹਨਾ ਜੀ, ਤੇ ਦੂਸਰਾ ਇਹ ਆ ਵੀ ਜਿਹੜੇ ਫਿਰ ਉਹ ਦੁੱਖਾਂ ਤਕਲੀਫਾਂ ਦੇ ਵਿੱਚੋਂ ਆਪਣਾ ਸਮਾਂ ਖਰਾਬ ਕਰਨਾ, ਹੋਰ ਸਭ ਕੁਝ ਉਹਨਾਂ ਦੇ ਨੁਕਸਾਨ ਹੋਏ, ਇੰਸ਼ੋਰੈਂਸ ਬਾਅਦ ਦੇ ਵਿੱਚ ਉਹ ਚਲੋ ਇੱਕ ਵਾਰੀ ਜੇ ਕਲੇਮ ਲਿਆ ਤੇ ਉਹਨਾਂ ਨੇ ਜਦੋਂ ਰਿਨਿਊਅਲ ਆਉਣੀ ਆ ਉਹਦੇ ਵਿੱਚ ਸਿੱਧੀ ਜਿਹੜੀ ਇੰਸ਼ੋਰੈਂਸ ਆ ਉਹ 20-30-40% ਜਿਹੜੀ ਉਹ ਚੱਕਿਆ ਹੁੰਦਾ ਪ੍ਰੀਮੀਅਮ, ਹਨਾ। ਉਹਦੇ ਵਿੱਚ ਹੁਣ ਜਿਹੜਾ ਵਿਕਟਮ ਆ ਜਾਣੀ ਕਿ ਸਾਰਾ ਜਿਹੜਾ ਭਾਰ ਉਹਦੇ ਤੇ ਹੀ ਪੈ ਗਿਆ ਵਾਰਦਾਤ ਦਾ, ਵੀ ਇੱਕ ਤੇ ਘਟਨਾ ਵਾਪਰ ਗਈ, ਨੁਕਸਾਨ ਉਹਦਾ ਸਮਾਨ ਚਲਾ ਗਿਆ ਜੀ, ਦੂਸਰਾ ਫਿਰ ਐਟ ਦਾ ਐਂਡ ਜਾਣੀ ਇੰਸ਼ੋਰੈਂਸ ਦਾ ਪ੍ਰੀਮੀਅਮ ਵੀ ਉਹਦਾ ਹੀ ਵੱਧ ਜਾਣਾ ਆ। ਤੇ ਪੁਲਿਸ ਵਾਲੇ ਜਾਣੀ ਕਿ ਜਾਂ ਸਿਸਟਮ ਇਹ ਚੀਜ਼ ਨੂੰ ਅੰਡਰਸਟੈਂਡ ਨਹੀਂ ਕਰਦਾ ਵੀ ਲੋਕ ਕਿੰਨੇ ਕੁ ਪਿਸ ਰਹੇ ਆ, ਹਨਾ। ਸੋ ਇਸ ਕਰਕੇ ਜੀ ਵੀ ਇਸ ਵੇਲੇ ਕਾਫੀ ਵੱਡੀ ਤਾਦਾਦ ਦੇ ਵਿੱਚ ਬਰੈਂਪਟਨ, ਮਿਸਿਸਾਗਾ, ਟੋਰਾਂਟੋ 'ਚ ਆਪਾਂ ਦੇਖ ਰਹੇ ਹਾਂ ਵੀ ਗੱਡੀਆਂ ਦੀਆਂ ਚੋਰੀਆਂ ਨਹੀਂ ਰੁਕ ਰਹੀਆਂ। ਅਦਰਵਾਈਜ਼ ਵੀ ਜਿਹੜੇ ਚੋਰ ਤੇ ਚੋਰਨੀਆਂ ਦੰਦਨ ਆਉਂਦੇ ਫਿਰ ਰਹੇ ਆ, ਕਿਤੇ ਕਿਤੇ ਕੋਈ ਮਾੜਾ ਮੋਟਾ ਕਾਬੂ ਆ ਗਿਆ ਜੀ, ਪਰ ਨਹੀਂ ਤੇ ਜੀ ਪੁਲਿਸ ਦਾ ਇੱਕ ਤਰੀਕੇ ਨਾਲ ਪੱਲਾ ਜਿਹਾ ਹੀ ਝਾੜਿਆ ਹੁੰਦਾ। ਸੋ ਕੁੱਲ ਮਿਲਾ ਕੇ ਜਾਣੀ ਇਹ ਪੀਲ ਪੁਲਿਸ ਦੇ ਵਿੱਚ ਇਹ ਸਾਡੇ ਸ਼ਹਿਰ ਦੇ ਵਿੱਚ ਲੋਕ ਮਹਿਸੂਸ ਕਰ ਰਹੇ ਆ ਵੀ ਜਿਹੜਾ ਇਹ ਥੈਫਟ ਦੇ ਕੇਸਿਸ ਦੇ ਵਿੱਚ ਉਹਨਾਂ ਦਾ ਰਿਐਕਸ਼ਨ ਆ ਨਾ ਜੀ, ਵੀ ਉਹ ਬੜਾ ਡਿਸਕਰੇਜਿੰਗ ਆ ਤੇ ਲੋਕਾਂ ਨੂੰ ਉਹ ਸੈਟਿਸਫਾਈ ਨਹੀਂ ਕਰਦਾ। ਤੇ ਵੀ ਇੱਕ ਤਾਂ ਉਹ ਮੌਕੇ ਤੇ ਬਿਲਕੁਲ ਆਉਣਾ, ਇਸ ਚੀਜ਼ ਨੂੰ ਸਮਝਦੇ ਨੇ ਵੀ ਕੋਈ ਰਿਜ਼ੋਲਵ ਇਸ ਤਰੀਕੇ ਦੇ ਨਾਲ ਕਰਨ ਦੀ ਲੋੜ ਆ ਵੀ ਮੌਕੇ ਤੇ ਜਾ ਕੇ ਹਾਲਾਤ ਵੀ ਦੇਖ ਲਈਏ ਵੀ ਕੀ ਵਾਪਰਿਆ। ਨਹੀਂ ਤੇ ਆਮ ਤੌਰ ਤੇ ਪੁਲਿਸ ਨੇ ਹਾਲਾਤ ਦੇਖਣੇ ਹੁੰਦੇ ਨਾ ਜਾ ਕੇ ਵੀ ਕੀ ਹੋਇਆ, ਬਿਲਕੁਲ ਫਿੰਗਰਪ੍ਰਿੰਟ ਲਈਏ, ਕੋਈ ਮੌਕੇ ਤੇ ਦੇਖੀਏ, ਨੋ। ਅੱਛਾ, ਐਨੀਵੇਜ਼ ਲੇਕਿਨ ਉਹ ਕਹਿੰਦੇ ਆ ਜੀ ਵੀ ਜੇ ਕੋਈ ਚੋਰੀ ਹੋ ਗਈ ਆ
ਆਨਲਾਈਨ ਰਿਪੋਰਟ ਫਾਈਲ ਕਰ ਦਿਓ ਘਰੇ, ਤੁਹਾਨੂੰ ਫੋਨ ਨਹੀਂ ਕਰਨ ਦੀ ਲੋੜ। ਆਨਲਾਈਨ ਐਵੀਡੈਂਸ ਦੇ ਨਾਲ ਤੁਸੀਂ ਆਪਣੀ ਜਿਹੜੀ ਰਿਪੋਰਟ ਫਾਈਲ ਕਰ ਦਿਓ ਤੇ ਫਿਰ ਉਸ ਤਰੀਕੇ ਦੇ ਨਾਲ ਜਿਹੜਾ ਜੀ ਉਹ ਫਾਸਟਰ ਪ੍ਰੋਸੈਸਿੰਗ ਹੋ ਸਕਦਾ, ਫੋਨ ਤੇ ਹੋ ਸਕਦਾ ਲੌਂਗਰ ਵੇਟਿੰਗ ਟਾਈਮ ਹੋਵੇ, ਕਿਉਂਕਿ ਸਾਰੇ ਪਾਸੇ ਅੱਜ ਚਰਚਾ ਕੈਨੇਡਾ 'ਚ ਇਹੀ ਆ ਵੀ ਸਟਾਫ ਹੈ ਨਹੀਂ ਤੇ ਕੋਈ ਵੀ ਕੰਮ ਜਿਹੜਾ ਚੱਜ ਨਾਲ ਕਿਸੇ ਵੀ ਸਰਕਾਰੀ ਦਰਬਾਰੇ ਕਿਤੇ ਵੀ ਕੋਈ ਮਹਿਕਮਿਆਂ ਦੇ ਵਿੱਚ ਅਦਾਰਿਆਂ ਦੇ ਵਿੱਚ ਚੱਲਦਾ ਨਜ਼ਰ ਨਹੀਂ ਆ ਰਿਹਾ ਜੀ। ਇਹਦੇ ਵਿੱਚ ਨੈਚੁਰਲੀ ਫਿਰ ਪੀਲ ਪੁਲਿਸ ਵੀ ਤੇ ਸ਼ਾਮਲ ਹੀ ਆ ਨਾ ਜੀ। ਆਲਰਾਈਟ ਜੌਲ ਸਾਹਿਬ, ਥੋੜੀ ਬਹੁਤ ਇਲੈਕਸ਼ਨ ਦੀ ਗੱਲਬਾਤ ਕਰ ਲਈ, ਫਿਰ ਆਪਾਂ ਵਾਈਂਡ ਅਪ ਕਰਦੇ ਹਾਂ। ਐਜ਼ ਯੂ ਆਲ ਨੋ, ਸਾਰਿਆਂ ਨੂੰ ਪਤਾ ਹੀ ਹੈ ਕਿ ਜੌਲ ਸਾਹਿਬ ਸਕੂਲ ਟਰਸਟੀ ਵਾਰਡ 9 ਅਤੇ 10 ਐਜ਼ ਅ ਕੈਂਡੀਡੇਟ ਚੋਣ ਮੈਦਾਨ ਦੇ ਵਿੱਚ ਤੁਹਾਡੇ ਵਾਸਤੇ ਹਾਜ਼ਰ ਨੇ ਜੀ। ਐਂਡ ਜੌਲ ਸਾਹਿਬ, ਕਿੱਦਾਂ ਜਾਰੀ ਹੈ ਜੀ ਤਿਆਰੀਆਂ ਇਲੈਕਸ਼ਨਸ ਦੀਆਂ? ਹਾਂ ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਸਾਰੀਆਂ ਸੰਸਥਾਵਾਂ ਜਿਨ੍ਹਾਂ ਦੇ ਵੱਲੋਂ ਸੰਪਰਕ ਕੀਤਾ ਗਿਆ, ਸਾਡੇ ਵੱਲੋਂ ਵੀ ਉਹਨਾਂ ਦੇ ਨਾਲ ਸੰਪਰਕ ਕੀਤਾ ਗਿਆ। ਸੋ ਜਿਹੜਾ ਭੈਣ ਭਰਾ ਅਦਰਵਾਈਜ਼ ਸਾਡੇ ਨਾਲ ਇੰਡੀਵਿਜੂਅਲਸ ਜਿਹੜੇ ਅੱਜ ਵੀ ਮਹਿਸੂਸ ਕਰਦੇ ਆ ਵੀ ਸਾਡਾ ਕੋਈ ਕੰਟਰੀਬਿਊਸ਼ਨ ਭੈਣ ਭਰਾਵਾਂ ਦੀ ਇੱਥੇ ਲਾਈਫ ਜਿਹੜੀ ਆ ਜੀ ਉਹ ਬੈਟਰ ਕਰਨ ਦੇ ਵਿੱਚ ਹੈਗਾ ਜੀ, ਵੱਖ-ਵੱਖ ਮਾਧਿਅਮ ਦੇ ਰਾਹੀਂ ਤੇ ਜਿਹੜੇ ਇਸ ਚੀਜ਼ ਨੂੰ ਰੈਕੋਗਨਾਈਜ਼ ਕਰਦੇ ਆ ਕਿ ਵਾਕਿਆ ਜੀ ਸਕੂਲ ਬੋਰਡ ਦੇ ਵਿੱਚ ਵੀ ਉਹੀ ਵਿਅਕਤੀ ਹੋਣਾ ਚਾਹੀਦਾ ਜਿਹੜਾ ਕਿ ਸਾਡੀ ਨਬਜ਼ ਨੂੰ, ਸਾਡੀਆਂ ਮੁਸ਼ਕਲਾਂ ਨੂੰ, ਪੇਰੈਂਟਸ ਦੀ ਨਿਤ ਦਿਨ ਦੀ ਜ਼ਿੰਦਗੀ ਨੂੰ ਸਮਝਦੇ ਨੇ। ਸੋ ਭਈ ਉਸ ਕਰਕੇ ਜਿਹੜਾ ਜੀ ਇੱਕ ਵੱਡਾ ਉਤਸ਼ਾਹ ਹੈ ਕਮਿਊਨਿਟੀ ਦੇ ਵਿੱਚ, ਜਿਹੜੇ ਸਪ੍ਰਿੰਗਡੇਲ ਤੇ ਕੈਸਲਮੋਰ ਏਰੀਆ ਦੇ ਵੋਟਰਸ ਹਨ ਵਾਰਡ 9 ਤੇ 10 ਦੇ ਬਰੈਂਪਟਨ ਦੇ ਵਿੱਚ। ਤੇ ਆਪਾਂ ਉਮੀਦ ਕਰਾਂਗੇ ਜੀ ਕਿ ਅੱਜ ਤੋਂ ਫਿਰ ਜਦੋਂ ਹੁਣ 7, 8, 9 ਅਕਤੂਬਰ 14, 15 ਅਕਤੂਬਰ ਤੇ 24 ਅਕਤੂਬਰ ਹੋਏਗੀ, ਉਦੋਂ ਜਿੱਥੇ ਮੇਅਰ ਦੀ ਚੋਣ ਕਰਨੀ ਆ, ਕੌਂਸਲਰ ਦੀ ਕਰਨੀ ਆ, ਰੀਜਨਲ ਕੌਂਸਲ ਦੀ ਕਰਨੀ ਆ ਤੇ ਨਾਲ ਹੀ ਥੱਲੇ ਬੈਲਟ ਪੇਪਰ ਤੇ ਸਕੂਲ ਟਰਸਟੀ ਸਤਪਾਲ ਸਿੰਘ ਜੌਲ ਦਾ ਨਾਂ ਵੀ ਹੋਏਗਾ, ਉਸ ਨੂੰ ਇਲੈਕਟ ਕੀਤਾ ਜਾਵੇ। ਤੇ ਤਾਂ ਕਿ ਜੀ ਪੀ ਬਹੁਤ ਬਹੁਤ ਅਸੀਂ ਧੰਨਵਾਦ ਤੇ ਐਨੀਵੇਜ਼ ਜੋ ਵੀ ਸੰਗਤ ਫੈਸਲਾ ਕਰੇਗੀ ਉਹ ਕਰਾਂਗੇ ਹੀ। ਤੇ ਪਰ ਅਸੀਂ ਡੋਰ ਟੂ ਡੋਰ ਜਾਣ ਦੀ ਕੋਸ਼ਿਸ਼ ਦੇ ਵਿੱਚ ਹੋਵਾਂਗੇ ਕਿਉਂਕਿ ਅਰਸ਼ ਏਰੀਆ ਬਹੁਤ ਵੱਡਾ ਨਾ, ਸਾਰੇ ਘਰਾਂ ਦੇ ਵਿੱਚ ਆਪਣੇ ਕੋਲ ਜਾ ਨਹੀਂ ਹੋਣਾ, ਇਹ ਹੁਣ ਆਲਰੇਡੀ ਸਾਨੂੰ ਪਤਾ, ਜਿਸ ਕਰਕੇ ਆਉਣਾ ਨਾ ਆਉਣਾ ਉਨਾ ਮਹੱਤਵਪੂਰਨ ਨਹੀਂ ਹੁੰਦਾ ਜੀ। ਜੇ ਕੋਈ ਆ ਕੇ ਤੁਹਾਨੂੰ ਝੂਠੇ ਲਾਰੇ ਲਾ ਕੇ ਮਤਲਬ ਉਸ ਵੇਲੇ ਤੁਸੀਂ ਖੁਸ਼ ਹੋ ਗਏ ਵੋਟ ਪਾਤੀ ਤੇ ਬਾਅਦ ਵਿੱਚ ਤੁਹਾਨੂੰ ਪਤਾ ਵੀ ਬੱਲੇ ਬੱਲੇ ਜਿਹੜੀ ਉਹ ਕਹਿੰਦੇ ਜਾਂ ਕਹਿੰਦੀਆਂ ਵੀ ਕਰਾਂਗੇ ਉਹ ਹੁੰਦੀ ਨਹੀਂ ਹੈ, ਤੇ ਫਿਰ ਕੋਈ ਉਹ ਆਏ ਦਾ ਤੇ ਜਾਂ ਘਰ ਆਈ ਦਾ ਕੀ ਲਾਭ ਹੋਇਆ ਹਨਾ। ਸੋ ਇਸ ਕਰਕੇ ਉਹ ਕੋਈ ਏਡੀ ਰਸਮ ਦੇ ਵਿੱਚ ਪੈਣ ਦੀ ਲੋੜ ਨਹੀਂ, ਪਰ ਉਸ ਵੇਲੇ ਬੈਲਟ ਪੇਪਰ ਤੇ ਤੁਹਾਡੇ ਕੋਲ ਇੱਕ ਹੱਥ 'ਚ ਪੈਨਸਲ ਹੋਏਗੀ, ਇੱਕ ਹੱਥ 'ਚ ਤੁਹਾਡਾ ਉਹ ਬੈਲਟ ਪੇਪਰ ਹੋਏਗਾ ਤੇ ਸਿਰ ਦੇ ਵਿੱਚ ਬ੍ਰੇਨ ਦਿਮਾਗ ਚੱਲਦਾ ਹੋਏਗਾ ਜੀ, ਤੇ ਫਿਰ ਫੈਸਲਾ ਆਪਾਂ ਬਿਲਕੁਲ ਦਰੁਸਤ ਕਰਾਂਗੇ ਜੀ। ਉਸ ਲਿਹਾਜ਼ ਨਾਲ ਬੈਲਟ ਪੇਪਰ ਤੇ ਸਤਪਾਲ ਸਿੰਘ ਜੌਲ ਦਾ ਨਾਂ ਹੋਵੇਗਾ ਜੀ। 4168953784 ਜੌਲ ਸਾਹਿਬ ਦਾ ਡਾਇਰੈਕਟ ਨੰਬਰ ਹੈ, ਤੁਸੀਂ ਉਹਨਾਂ ਨਾਲ ਗੱਲਬਾਤ ਕਰ ਸਕਦੇ ਹੋ, ਕੋਈ ਵੀ ਤੁਹਾਡੇ ਕੋਲ ਸਵਾਲ ਹੋਵੇ। 4168953784 ਜੌਲ ਸਾਹਿਬ, ਟਾਈਮ ਦੇਣ ਵਾਸਤੇ ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। ਥੈਂਕ ਯੂ ਸੋ ਮਚ ਜੌਲ ਸਾਹਿਬ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।